ਗੁਰਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ, ਆਪ ਜੀ ਦੇ ਲਈ ਪੂਜਯ ਮਨੇਰ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੇਰ ਸਾਹਿਬ ਜੀ ਦੇ ਅਨਮੋਲ ਵਚਨ ਅਤੇ ਅੱਜ ਕੱਲ੍ਹ ਤੋਂ ਅੱਗੇ। ਵਚਨ ਨੰਬਰ 1306। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਜਸਥਾਨ ਦੇ ਕਾਫੀ ਅਫਸਰ ਆਏ ਹੋਏ ਨੇ। ਤਾਂ ਉਹਨਾਂ ਵਿੱਚੋਂ ਇੱਕ ਸਿਪਾਹੀ ਕਹਿਣ ਲੱਗਿਆ ਜੀ CM ਸਾਹਿਬ ਦੇ ਆਉਣ ਦਾ ਪ੍ਰੋਗਰਾਮ ਬਣਾਓ, ਯਾਨੀ ਕਿ CM ਸਾਹਿਬ ਨੂੰ ਡੇਰੇ ਬੁਲਾਓ। ਤਾਂ ਥਾਣੇਦਾਰ ਸਾਹਿਬ ਕਹਿਣ ਲੱਗੇ ਉਹਨਾਂ ਨੂੰ ਗਰਜ਼ ਹੈ ਤਾਂ ਉਹੀ ਬਣਾਉਣਗੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਕੀ ਉਹਨਾਂ ਨੇ ਪਿਛਲੀ ਗੱਲ ਯਾਦ ਰੱਖੀ ਹੈ? ਇੱਥੇ ਆਏ ਤਾਂ ਅੱਖਾਂ ਭਰ ਆਏ ਸੀ। ਅਤੇ ਫਿਰ ਫਰਮਾਇਆ ਕਿ ਉਹਨਾਂ ਨੂੰ ਮਸਤਾਨਾ ਜੀ ਦਾ ਵਚਨ ਸੀ ਤਾਂ ਹੀ ਉਹ CM ਬਣੇ ਸੀ। ਅਤੇ ਇਹ ਇਸ਼ਾਰਾ ਚੌਧਰੀ ਭਜਨ ਲਾਲ ਮਹਿਮਦਪੁਰ ਰੋਹੀ ਵਾਲੇ ਵੱਲ ਸੀ। ਅਤੇ ਫਿਰ ਫਰਮਾਇਆ ਕਿ ਸਾਨੂੰ ਉਹਨਾਂ ਨੂੰ ਬੁਲਾਉਣ 'ਚ ਘਾਟਾ ਹੀ ਘਾਟਾ ਹੈ। ਅਤੇ ਫਿਰ ਲੋਕ ਸਾਨੂੰ ਤੰਗ ਕਰਦੇ ਨੇ ਕਿ ਤੁਹਾਡੀ CM ਸਾਹਿਬ ਨਾਲ ਵਾਕਫੀਅਤ ਹੈ, ਸਾਡਾ ਇਹ ਕੰਮ ਕਰਵਾਓ, ਸਾਡਾ ਉਹ ਕੰਮ ਕਰਵਾਓ। ਅਗਰ ਅਸੀਂ ਉਹਨਾਂ ਨੂੰ ਕਹਾਂਗੇ ਤਾਂ ਉਹ ਕਹਿਣਗੇ ਕਿ ਸਾਨੂੰ ਵੋਟਾਂ ਪਾਓ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਅਸੀਂ ਕਿਉਂ ਇਸ ਤਰ੍ਹਾਂ ਦੇ ਝੰਜਟ ਵਿੱਚ ਫਸੀਏ। ਤਾਂ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਥਾਣੇਦਾਰ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਨਾਮ ਲਿਆ ਹੈ? ਅਤੇ ਥਾਣੇਦਾਰ ਸਾਹਿਬ ਨੇ ਕਿਹਾ ਜੀ ਲਿਆ ਤਾਂ ਨਹੀਂ, ਪਰ ਸੋਚ ਰਹੇ ਹਾਂ, ਪਰ ਬੀੜੀ ਸ਼ਰਾਬ ਆਦਿ ਦਾ ਸਾਨੂੰ ਵੈਲ ਨਹੀਂ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਚਲੋ ਇੰਨਾ ਹੀ ਕਾਫੀ ਹੈ, ਇਹ ਖਾਣਾ ਪੀਣਾ ਹੀ ਅਕਸਰ ਮਾਰ ਦਿੰਦਾ ਹੈ। ਅਤੇ ਫਿਰ ਫਰਮਾਇਆ ਕਿ ਪਰਸੋਂ ਸਤਸੰਗ ਹੈ, ਆਪ ਜ਼ਰੂਰ ਆਉਣਾ। ਥਾਣੇਦਾਰ ਨੇ ਕਿਹਾ ਜੀ ਜ਼ਰੂਰ ਆਵਾਂਗੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਅਗਰ ਅਸੀਂ ਮਾਰਵੜ ਜਾਂਦੇ ਹਾਂ ਤਾਂ ਉਹਨਾਂ ਦੀ ਬੋਲੀ 'ਚ ਸਮਝਾਉਂਦੇ ਹਾਂ। ਇਸ ਤਰ੍ਹਾਂ ਹੀ ਦੁਨੀਆ ਝਗੜਿਆਂ ਵਿੱਚ ਪਈ ਹੈ। ਦੇਖਿਆ ਜਾਏ ਤਾਂ ਅਸਲੀਅਤ ਫਕੀਰ ਦੇ ਨਾਲ ਹੀ ਚਲੀ ਜਾਂਦੀ ਹੈ। ਬਾਅਦ ਵਿੱਚ ਇਸ ਤਰ੍ਹਾਂ ਦੀਆਂ ਹੀ ਪਾਰਟੀਆਂ ਬਣ ਜਾਂਦੀਆਂ ਨੇ ਅਤੇ ਉਹ ਕਹਿੰਦਾ ਇਹ ਸਹੀ ਗੱਲ ਹੈ, ਉਹ ਕਹਿੰਦਾ ਹੈ ਇਹ ਸਹੀ ਗੱਲ ਹੈ, ਅਤੇ ਨਾਲ ਕਹਿੰਦਾ ਹੈ ਕਿ ਸਾਡੀ ਪਾਰਟੀ ਵੱਧ ਜਾਏ, ਉਹ ਕਹਿੰਦਾ ਹੈ ਸਾਡੀ ਪਾਰਟੀ ਵੱਧ ਜਾਏ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਇਹਨਾਂ ਝਗੜਿਆਂ ਤੋਂ ਫਕੀਰ ਤਾਂ ਕੱਢਦੇ ਨੇ, ਲੇਕਿਨ ਇਹ ਫਿਰ ਦੁਬਾਰਾ ਉਸੇ ਝਗੜਿਆਂ 'ਚ ਫਸਦੇ ਨੇ। ਤਾਂ ਸਟੇਸ਼ਨ ਮਾਸਟਰ ਜੀ ਕਹਿਣ ਲੱਗੇ ਕਿ ਜਿਹੜੇ ਲੋਕ ਤਾਂ ਇਸ ਚੀਜ਼ ਨੂੰ ਮੰਨਦੇ ਨੇ ਉਹ ਤਾਂ ਠੀਕ ਨੇ, ਨਹੀਂ ਤਾਂ ਦੁਨੀਆ ਕਹਿੰਦੀ ਹੈ ਕਿ ਇਸ ਤਰ੍ਹਾਂ ਹੀ ਪਖੰਡ ਬਣਾ ਰੱਖਿਆ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਇਹ ਹੈ ਤਾਂ ਪੁਰਾਣੀ ਚੀਜ਼, ਜਦੋਂ ਇਹ ਸੋਭਤ 'ਚ ਆਉਂਦਾ ਹੈ ਤਾਂ ਫਿਰ ਇਸ ਦਾ ਸ਼ੌਕ ਵੱਧਦਾ ਹੈ, ਫਿਰ ਇਹ ਸਿਮਰਨ ਕਰਦਾ ਹੈ, ਫਿਰ ਸਤਿਗੁਰ ਅੰਦਰੋਂ ਤਸੱਲੀ ਦਿੰਦਾ ਹੈ। ਅਗਰ ਇਸ ਨੂੰ ਤਸੱਲੀ ਨਾ ਮਿਲੇ ਤਾਂ ਇਹ ਡੋਲਦਾ ਹੀ ਰਹਿੰਦਾ ਹੈ। ਅਤੇ ਫਿਰ ਫਰਮਾਇਆ ਅਗਰ ਠੀਕ ਫਕੀਰ ਹੈ ਤਾਂ ਉਸ ਦੇ ਸਿਮਰਨ 'ਚ ਇੰਨੀ ਤਾਕਤ ਹੈ ਕਿ ਕੋਈ ਵੀ ਚੀਜ਼ ਇਸ ਦੇ ਨੇੜੇ ਨਹੀਂ ਆ ਸਕਦੀ। ਅਤੇ ਫਿਰ ਦਿੱਲੀ ਵਾਲੇ ਬੁੱਧ ਰਾਮ ਨੂੰ ਹੱਸਦੇ ਹੋਏ ਫਰਮਾਇਆ ਕਿ ਬੁੱਧ ਰਾਮ ਦਾ ਫਿਕਰ ਨਾ ਗਿਆ, ਪਿਛਲੇ ਸਤਸੰਗ ਕੇ ਦੱਸ ਕੇ ਵੀ ਨਹੀਂ ਗਿਆ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਤੁਸੀਂ ਜਿਸ ਦਾ ਕੰਮ ਕਰਦੇ ਹੋ ਉਸ ਨੂੰ ਕੀ ਤੁਹਾਡੀ ਸੰਭਾਲ ਨਹੀਂ ਕਰਨੀ ਪੈਂਦੀ? ਵਚਨ ਨੰਬਰ 1307। ਅੱਜ ਥਾਣੇਦਾਰ ਸਾਹਿਬ ਨੇ ਪੂਜਯ ਮਨੇਰ ਸਾਹਿਬ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਜੀ ਅਸੀਂ ਤੁਹਾਡੇ ਪਹਿਲੀ ਵਾਰੀ ਦਰਸ਼ਨ ਕੀਤੇ ਨੇ, ਪਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਹਾਨੂੰ ਬਹੁਤ ਵਾਰ ਵੇਖਿਆ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਗੱਲ ਠੀਕ ਹੈ, ਇਹ ਰੂਹਾਂ ਦੇ ਪੁਰਾਣੇ ਕਨੈਕਸ਼ਨ ਨੇ, ਇਹ ਸਾਰੀਆਂ ਪੁਰਾਣੀਆਂ ਰੂਹਾਂ ਨੇ, ਇਹ ਛੋਟੇ ਛੋਟੇ ਬੱਚੇ ਨੇ, ਇਹ ਸਾਰੇ ਪੁਰਾਣੇ ਕਨੈਕਸ਼ਨ ਨੇ, ਇਹਨਾਂ ਦੀ ਪੁਰਾਣੀ ਭਗਤੀ ਹੈ, ਉਹ ਇਹਨਾਂ ਨੂੰ ਇੱਥੇ ਖਿੱਚ ਕੇ ਲਿਆਈ ਹੈ। ਇੱਥੇ ਡੇਰੇ 'ਚ ਸਾਰੀਆਂ ਜਾਤਾਂ ਦੇ ਲੋਕ ਨੇ। ਤਾਂ ਸਟੇਸ਼ਨ ਮਾਸਟਰ ਜੀ ਕਹਿਣ ਲੱਗੇ ਅਸਲੀਅਤ ਸਮਾਜਵਾਦ ਤਾਂ ਇੱਥੇ ਹੀ ਹੈ, ਗੌਰਮੈਂਟ ਜ਼ੋਰ ਲਾ ਲਾ ਕੇ ਥੱਕ ਗਈ ਪਰ ਉਹਨਾਂ ਤੋਂ ਕੁਝ ਨਾ ਹੋਇਆ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਫਕੀਰਾਂ ਦੇ ਕੋਲ ਆ ਕੇ ਹੀ ਸਾਰੇ ਬੰਧਨ ਛੁੱਟਦੇ ਨੇ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਇਹ ਸਾਰੇ ਫਿਰਕੇ ਬਣਦੇ ਨੇ। ਅੱਜ ਇੰਗਲੈਂਡ ਤੋਂ ਵਿਨੋਦ ਸ਼ਰਮਾ ਦੀ ਚਿੱਠੀ ਆਈ, ਉੱਥੇ ਕਿਸੇ ਮੁਸਲਮਾਨ ਨੇ ਉਸ ਕੋਲੋਂ ਕਿਤਾਬ ਲੈ ਕੇ ਪੜ੍ਹੀ ਹੈ ਅਤੇ ਕਿਤਾਬ ਪੜ੍ਹਨ ਤੋਂ ਬਾਅਦ ਉਹ ਡੇਰੇ ਆਉਣ ਦਾ ਵਿਚਾਰ ਕਰ ਰਹੇ ਨੇ। ਅਤੇ ਪੂਜਯ ਮਨੇਰ ਸਾਹਿਬ ਜੀ ਨੇ ਅੱਗੇ ਫਰਮਾਇਆ ਕਿ ਇੱਥੇ ਕੌਮਾਂ ਮਜ਼ਹਬਾਂ ਦਾ ਕੋਈ ਸਵਾਲ ਨਹੀਂ, ਜਿਨ੍ਹਾਂ ਦੇ ਨਸੀਬ ਹੈ ਉਹੀ ਆਉਂਦੇ ਨੇ। ਉਹ ਮਾਲਕ ਖਾਸ ਰੂਹਾਂ ਲਈ ਆਉਂਦਾ ਹੈ। ਜਿੱਥੇ ਭੀੜ ਭਾੜ ਹੁੰਦੀ ਹੈ ਉਹ ਚੀਜ਼ ਕਿਤੇ ਹੋਰ ਚਲੀ ਜਾਂਦੀ ਹੈ। ਫਿਰ ਫਰਮਾਇਆ ਕਿ ਇਹ ਚੀਜ਼ ਸਾਰਿਆਂ ਦੇ ਲਈ ਨਹੀਂ, ਉਹ ਚੀਜ਼
ਕਦੀ ਕਿਤੇ ਆਉਂਦੀ ਹੈ ਅਤੇ ਕਦੇ ਕਿਤੇ ਆਉਂਦੀ ਹੈ। ਤੇ ਫਿਰ ਪੂज्य ਮਨੇਰ ਸਾਹਿਬ ਜੀ ਨੂੰ ਫਰਮਾਇਆ ਕਿ ਮਾਰਵਾੜ ਤਰਫ ਜਾਣ ਦੇ ਵਚਨ ਮਸਤਾਨਾ ਜੀ ਦੀ 1952 ਅਤੇ 1953 ਦੇ ਸੀ। ਸਾਨੂੰ ਤਾਂ ਯਾਦ ਵੀ ਨਹੀਂ ਸੀ। ਉੱਧਰ ਮਾਰਵਾੜ 'ਚ ਰੂਹਾਂ ਦੀ ਪੁਕਾਰ ਸੀ। ਉੱਧਰ ਹਾਲੀ ਪੁਰਾਣੇ ਫਕੀਰਾਂ ਦੀਆਂ ਰੂਹਾਂ ਪਈਆਂ ਨੇ, ਹਾਲੀ ਤੱਕ ਦਰਗਾਹ ਨਹੀਂ ਪਹੁੰਚੀਆਂ। ਵਚਨ ਨੰਬਰ 1308। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਨੂੰ ਥੜੇ 'ਤੇ ਹੀ ਮਜਲਿਸ ਹੋਈ ਅਤੇ ਪੂज्य ਮਨੇਰ ਸਾਹਿਬ ਜੀ ਥੜੇ 'ਤੇ ਕੁਰਸੀ 'ਤੇ ਆ ਕੇ ਬੈਠੇ ਆਉਂਦਿਆਂ ਸਾਰ ਹੀ ਫਰਮਾਇਆ, ਆ ਬਈ ਬਲਾ। ਗੰਗਾ ਰਾਮ ਦੇ ਬਾਰੇ ਫਰਮਾਇਆ ਕਿ ਕੀ ਹਾਲ ਹੈ ਬਾਬਰਪੁਰ ਦਿੱਲੀ ਡੇਰੇ ਦਾ, ਹੋ ਗਿਆ ਕਿ ਨਹੀਂ? ਅਤੇ ਗੰਗਾ ਰਾਮ ਨੇ ਕਿਹਾ ਜੀ ਹੋ ਗਿਆ। ਅਤੇ ਉਸ ਤੋਂ ਬਾਅਦ ਨਿਰਮਲ ਜੀ ਨੇ ਬਾਗੜੀ ਸ਼ਬਦ ਮਨਾ ਭਾਈ ਕਾਏ ਕਰੂੰ ਮੈਂ ਥਾਰੋ ਸ਼ਬਦ ਬੋਲਿਆ ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਬੇਈਮਾਨ ਟਿਕਾ ਕੇ ਬੋਲਿਆ ਕਰ, ਕੁਝ ਪਤਾ ਹੀ ਨਹੀਂ ਲੱਗਦਾ। ਅਤੇ ਫਿਰ ਫਰਮਾਇਆ ਕਿ ਉੱਧਰ ਮਾਰਵਾੜ 'ਚ ਐਸਾ ਰਿਵਾਜ ਹੈ ਕਿ ਸਾਜ਼ ਵੀ ਸੁਣਦੇ ਨੇ। ਅਤੇ ਫਿਰ ਫਰਮਾਇਆ ਕਿ ਜੇ ਅਗਰ ਸਮਝ ਹੀ ਨਾ ਪਏ ਤਾਂ ਕੀ ਫਾਇਦਾ। ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਮਨ ਇੱਕ ਜ਼ਬਰਦਸਤ ਤਾਕਤ ਹੈ ਜਿਹੜੀ ਸਾਰੀ ਦੁਨੀਆ ਦੇ ਉੱਪਰ ਰਾਜ ਕਰਦੀ ਹੈ। ਇਹ ਸਾਰੇ ਮਨ ਦੇ ਖੇਲ ਨੇ। ਜਿੰਨੇ ਵੀ ਵੇਦ ਸ਼ਾਸਤਰ ਨੇ ਸਾਰੇ ਮਨ ਦੀ ਤਾਕਤ ਦੇ ਨਾਲ ਹੀ ਬਣੇ ਨੇ। ਜਿੰਨੇ ਬੜੇ ਬੜੇ ਰਿਸ਼ੀ ਮੁਨੀ ਪੀਰ ਪੈਗੰਬਰ ਨੇ ਸਾਰਿਆਂ ਨੂੰ ਉਂਗਲੀਆਂ 'ਤੇ ਨਚਾਰਿਆ ਹੈ। ਅਤੇ ਫਿਰ ਫਰਮਾਇਆ ਕਿ ਰਾਮਚੰਦਰ ਜੀ ਵਸ਼ਿਸ਼ਠ ਮੁਨੀ ਨੂੰ ਕਹਿੰਦੇ ਨੇ ਕਿ ਅਗਰ ਕੋਈ ਇਹ ਕਹੇ ਕਿ ਮੈਂ ਹਵਾ ਨੂੰ ਰੋਕ ਲਿਆ ਹੈ ਤੇ ਮੰਨਣ ਵਾਲੀ ਗੱਲ ਤਾਂ ਨਹੀਂ, ਪਰ ਮੈਂ ਮੰਨ ਲਵਾਂਗਾ ਕਿ ਸ਼ਾਇਦ ਕੋਈ ਐਸਾ ਬਹਾਦਰ ਹੋਵੇਗਾ। ਤੇ ਫਿਰ ਫਰਮਾਇਆ ਕਿ ਅਗਰ ਕੋਈ ਇਹ ਕਹੇ ਕਿ ਮੈਂ ਸਮੁੰਦਰ ਨੂੰ ਪੀ ਲਿਆ ਹੈ, ਇਹ ਵੀ ਮੈਂ ਮੰਨ ਲਵਾਂਗਾ। ਅਗਰ ਕੋਈ ਇਹ ਕਹੇ ਕਿ ਮੈਂ ਹਿਮਾਲਿਆ ਪਰਬਤ ਨੂੰ ਚੱਕ ਲਿਆ ਹੈ ਤੇ ਇਹ ਵੀ ਮੈਂ ਮੰਨ ਲਵਾਂਗਾ। ਅਗਰ ਕੋਈ ਇਹ ਕਹੇ ਕਿ ਮੈਂ ਮਨ ਨੂੰ ਜਿੱਤ ਲਿਆ ਹੈ ਤੇ ਇਹ ਗੱਲ ਮੈਂ ਮੰਨਣ ਨੂੰ ਕਦੇ ਵੀ ਤਿਆਰ ਨਹੀਂ। ਤਾਂ ਪੂज्य ਮਨੇਰ ਸਾਹਿਬ ਜੀ ਨੇ ਅੱਗੇ ਫਰਮਾਇਆ ਕਿ ਸਾਰੀ ਦੁਨੀਆ ਦਾ ਗੁਰੂ ਇਹ ਮਨ ਹੀ ਹੈ। ਤਰਲੋਕੀ ਤੱਕ ਇਹ ਕਿਸੇ ਨੂੰ ਛੱਡਦਾ ਨਹੀਂ, ਸਾਰਿਆਂ ਨੂੰ ਚੱਕਰ ਵਿੱਚ ਪਾ ਕੇ ਰੱਖਿਆ ਹੈ। ਬਸ ਇਸ ਦਾ ਇੱਕ ਹੀ ਪੱਕਾ ਇਲਾਜ ਹੈ, ਅੰਦਰ ਸ਼ਬਦ ਗੁਰੂ ਦਾ ਰਸ ਫਕੀਰਾਂ ਦੇ ਹੁਕਮ ਮੁਤਾਬਕ ਭਜਨ ਸਿਮਰਨ ਕਰੇ, ਵਿਸ਼ੇ ਵਿਕਾਰ ਛੱਡੇ, ਫੇਰ ਕੁਛ ਬਣ ਸਕਦਾ ਹੈ। ਤੇ ਫਿਰ ਪੂज्य ਮਨੇਰ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਫਕੀਰ ਦਾ ਵਚਨ ਮੰਨਣਾ ਹੀ ਭਗਤੀ ਹੈ। ਫਕੀਰ ਦੇ ਵਚਨ ਤੋਂ ਪਰੇ ਹੋਣਾ ਕਾਲ ਦੇ ਮੂੰਹ ਵਿੱਚ ਪੈਣਾ ਹੈ। ਤੇ ਫਿਰ ਦਾਦੂ ਸਾਹਿਬ ਜੀ ਦਾ ਵਚਨ ਫਰਮਾਇਆ ਕਿ ਸਤਿਗੁਰ ਵਚਨ ਅਲੰਘ ਕਰ ਮਤ ਕੋਈ ਜਾਈ, ਦਾਦੂ ਪਗ ਪਗ ਕਾਲ ਹੈ ਜਹਾਂ ਜਾਈ ਤਹਾਂ ਖਾਈ। ਤਾਂ ਫਿਰ ਫਰਮਾਇਆ ਕਿ ਫਕੀਰ ਦੇ ਵਚਨਾਂ ਤੋਂ ਪਰੇ ਕਾਲ ਹੀ ਕਾਲ ਹੈ। ਪਹਿਲੇ ਤਾਂ ਫਕੀਰ ਨਹੀਂ ਮਿਲਦਾ, ਜੇ ਫਕੀਰ ਮਿਲਦਾ ਹੈ ਤਾਂ ਵਚਨ ਮੰਨਿਆ ਨਹੀਂ ਜਾਂਦਾ। ਦੇਖ ਲਓ ਗੁਰੂ ਨਾਨਕ ਸਾਹਿਬ, ਕਬੀਰ ਸਾਹਿਬ, ਖੁਦ ਅਕਾਲ ਪੁਰਖ ਸਤਿਗੁਰ ਆਏ, ਉਹਨਾਂ ਦਾ ਵਚਨ ਵੀ ਨਹੀਂ ਮੰਨਣ ਦਿੱਤਾ। ਤੇ ਫਿਰ ਫਰਮਾਇਆ ਕਿ ਬਾਲਾ ਤੇ ਮਰਦਾਨਾ ਦੋਨੋਂ ਹੀ ਨਾਲ ਸੀ, ਜ਼ਿਆਦਾ ਤਾਂ ਨਹੀਂ ਸੀ ਲੋਕ, ਉਹਨਾਂ ਦੇ ਉੱਪਰ ਹੀ ਜ਼ਿਆਦਾ ਵਕਤ ਤਵੱਜੋ ਰਹਿੰਦੀ ਸੀ। ਫਿਰ ਵੀ ਮਰਦਾਨਾ ਕਿੰਨੀ ਵਾਰ ਭੱਜਿਆ। ਵਚਨ ਨੰਬਰ 1309। ਅੱਜ ਬਾਲੀ ਜੀ ਨੇ ਗੁਰਬਾਣੀ ਦਾ ਸ਼ਬਦ ਸੰਤਾਂ ਕੀ ਹੋਈ ਦਾਸਰੀ ਬੋਲਿਆ ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਾਰੀ ਭਗਤੀ ਦਾ ਨਿਚੋੜ ਹੈ। ਅਗਰ ਇਸ ਨੂੰ ਕੋਈ ਕਾਮਲ ਫਕੀਰ ਮਿਲ ਜਾਏ, ਬਸ ਉਸ ਦਾ ਦਾਸ ਬਣ ਜਾਏ। ਸਭ ਤੋਂ ਵੱਡਾ ਇਹੀ ਆਚਾਰ ਹੈ, ਪਰ ਮਨ ਉੱਥੇ ਚੱਲਣ ਨਹੀਂ ਦਿੰਦਾ। ਤੇ ਫਿਰ ਫਰਮਾਇਆ ਕਿ ਦੁਬਾਰਾ ਬੋਲ ਪਾਈ। ਫਿਰ ਫਰਮਾਇਆ ਕਿ ਮਨ ਦੀ ਮੱਤ ਛੱਡਣੀ ਬੜੀ ਮੁਸ਼ਕਲ ਹੈ, ਨਾ ਹੀ ਸਾਡੇ ਤੋਂ ਜਾਗਿਆ ਜਾਂਦਾ ਹੈ ਅਤੇ ਨਾ ਹੀ ਭਜਨ ਸਿਮਰਨ ਹੁੰਦਾ ਹੈ। ਤੇ ਫਿਰ ਫਰਮਾਇਆ ਕਿ ਸਤਿਗੁਰ ਆਪ ਹੀ ਮਿਹਰ ਕਰੇ। ਤੇ ਫਿਰ ਅੱਗੇ ਫਰਮਾਇਆ ਕਿ ਇਸ ਤਰ੍ਹਾਂ ਦੇ ਪਾਖੰਡ ਕਰਨਾ ਯਾਨੀ ਕਿ ਡਟ ਕਰਨਾ ਸਿੱਖ ਗਈ ਹੈ ਦੁਨੀਆ। ਵਚਨ ਨੰਬਰ 1310। ਗੁਰਬਾਣੀ ਦਾ ਸ਼ਬਦ ਪ੍ਰੇਮ ਲੱਗੋ ਹਰ ਤੀਰ ਬੋਲਿਆ ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਲੋਕ ਕਿੰਨੇ ਜਪ ਤਪ ਕਰਦੇ ਨੇ, ਅਗਰ ਮਾਲਕ ਦਾ ਪ੍ਰੇਮ ਨਹੀਂ ਜਾਗਿਆ ਤਾਂ ਸਾਰੇ ਹੀ ਨਿਸ਼ਫਲ ਨੇ। ਕਹਿੰਦੇ ਨੇ ਕਿ ਪ੍ਰੇਮ ਪੈਦਾ ਕਰ, ਨਹੀਂ ਤਾਂ ਹੰਕਾਰ ਆ ਜਾਂਦਾ ਹੈ। ਤੇ ਫਿਰ ਫਰਮਾਇਆ ਕਿ ਸਾਧ ਸੰਗਤ 'ਚ ਆ ਕੇ ਹੀ ਅਸਲੀ ਪ੍ਰੇਮ ਦਾ ਪਤਾ ਲੱਗਦਾ ਹੈ। ਤੇ ਫਿਰ ਦੇਖਦਾ ਹੈ ਕਿ ਇਹ ਮੇਰਾ ਦੇਸ਼ ਨਹੀਂ, ਇਹ ਮੇਰੀਆਂ ਕੌਮਾਂ ਨਹੀਂ, ਮਾਂ ਬਾਪ ਭੈਣ ਭਾਈ ਕੁਝ ਵੀ ਮੇਰਾ ਨਹੀਂ। ਤੇ ਫਿਰ ਇਹ ਸਿਮਰਨ ਕਰਨ ਲੱਗਦਾ ਹੈ। ਪਹਿਲਾਂ ਕਰਮਾਂ ਦਾ ਬੋਝ ਹੁੰਦਾ ਹੈ, ਆਹਿਸਤਾ ਆਹਿਸਤਾ ਜਦੋਂ ਅੰਦਰੋਂ ਸਾਰੇ ਖਿਆਲ ਨਿਕਲ ਜਾਂਦੇ ਨੇ
ਤੇ ਕਰਮਾਂ ਦਾ ਬੋਝ ਹਲਕਾ ਹੋਇਆ ਤਾਂ ਇੱਕਦਮ ਉੱਪਰ ਚਲਿਆ ਜਾਂਦਾ ਹੈ। ਫਿਰ ਫਰਮਾਇਆ ਕਿ ਜਪ ਤਪ ਉਹੀ ਹੈ ਜਿਹਦੇ ਨਾਲ ਤੜਫ ਲੱਗੀ ਰਹੇ। ਇਹੀ ਮਸਤਾਨਾ ਜੀ ਕਿਹਾ ਕਰਦੇ ਸੀ ਕਿ ਬਸ ਹਰ ਵਕਤ ਹਾਏ ਹਾਏ ਲੱਗੀ ਰਹੇ। ਵਚਨ ਨੰਬਰ 1311। ਅੱਜ ਦਿੱਲੀ ਤੋਂ ਆਏ ਚੌਧਰੀ ਡੂੰਗਰ ਰਾਮ ਤੋਂ ਪੂਜਯ ਮਨੀਸ਼ ਸਾਹਿਬ ਜੀ ਨੇ ਪੁੱਛਿਆ ਕਿ ਤੁਹਾਡੀ ਕਿਹੜੀ ਡਿਊਟੀ ਲਾਈ ਹੈ ਜਿਸ ਕਰਕੇ ਤੁਸੀਂ ਹਰ ਸਤਸੰਗ 'ਤੇ ਆ ਸਕੋ। ਤੇ ਫਿਰ ਆਪ ਜੀ ਨੇ ਥੋੜ੍ਹੀ ਦੇਰ ਬਾਅਦ ਹੀ ਹੱਸਦੇ ਹੋਏ ਫਰਮਾਇਆ ਕਿ ਚਲੋ ਆਪ ਦੀ ਡਿਊਟੀ ਇਹ ਲਾਉਂਦੇ ਹਾਂ ਕਿ ਚੰਦਰ ਭਾਨ ਨੂੰ ਕਾਰ 'ਚ ਬਿਠਾ ਕੇ ਲਿਆਇਆ ਕਰੋ। ਇਹ ਸੇਠ ਪੈਸੇ ਨਹੀਂ ਕੱਢਦਾ, ਸੇਠਾਂ ਨੂੰ ਪੈਸੇ ਖਰਚ ਕਰਨੇ ਮੁਸ਼ਕਲ ਹੁੰਦੇ ਨੇ। ਤੇ ਫਰਮਾਇਆ ਕਿ ਇਹਨਾਂ ਨੂੰ ਦਿੱਲੀ ਤੋਂ ਕਾਰ 'ਤੇ ਲੈ ਕੇ ਆਇਆ ਕਰੋ। ਵਚਨ ਨੰਬਰ 1312। ਅੱਜ ਰਾਤ ਦੀ ਮਜਲਿਸ 'ਚ ਪੂਜਯ ਮਨੀਸ਼ ਸਾਹਿਬ ਜੀ ਨੇ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ਕਾਨੇ ਵਾਲੇ ਦੀਆਂ ਬੀਬੀਆਂ ਨੂੰ ਸਮਝ ਲੱਗਦੀ ਹੈ ਕਿ ਨਹੀਂ। ਤਾਂ ਇੱਕ ਬੀਬੀ ਬੋਲੀ, महाराज जी अगर नहीं भी समझ पड़ती तो क्या। तो फिर बीबी कहने लगी कि ये मस्ताना जी के चोला छोड़ने के बाद हमें तो अब जाकर इस डेरे का पता चला है। हम तो दूर दूर तक जाए, ब्यास भी जाए। तो पूज्य मनीष साहब जी ने फरमाया कि हाले तक बहुते लोगों को इस डेरे का पता नहीं लग्या। तो फिर आप जी ने पुराने साधु छज्जू के बारे बीबी तो पूछा। तब बीबियाँ ने दसिया कि बाबा जी वो तो कभी दवाई का काम करने लग जाता है, कभी चनाई का काम करने लग जाता है, कभी बिजली का काम करने लग जाता है। तो पूज्य मनीष साहब जी ने काफ़ी अफसोस करते हुए फरमाया कि देख लो कि एक मिनट सेवा ते सिमरन नहीं छड्डदा सी, हुण दवाइयां दे विच फस गया है। किसी प्रेमी ने प्रेमी दल्लू दे बारे पुछया। तो पूज्य मनीष साहब जी ने फरमाया कि वो तां खैरे पिंड दा है। तो फिर फरमाया कि बेचारा कमज़ोर जिहा है। ये गल सुन के एक बीबी कहने लगी कि वो तो कमज़ोर है फिर भी आ जाता है, मगर हमारे को तो सभी को सपोलियो खा गया। तो माई दी गल सुन के सारी संगत हसन लगी। तो पूज्य मनीष साहब जी ने फरमाया कि यह कमज़ोर का सवाल नहीं, ये तां दिल का सवाल है। सुनो, धन्ने का बाप सी माना, सर से सत्संग सी, उसदियां टंगां 'च दर्द सी, उठिया नहीं जाता सी। एकदम इन्ना प्रेम का जोश आया, सवेरे उत्थों चलिया लालपुरे तो ते शाम नूं सच्चे सौदे आ गया। देख लो उत्थों तकरीबन 25 कोस है मारवड़ दे। फिर पूज्य मनीष साहब जी फरमाया कि छज्जू नूं पहलां बहुत प्रेम सी। पहलां डेरे आया तो असी अमरपुर सी मस्ताना जी दे कोल भेज दिता। उत्थे सर्दियां दे दिन सी, दिन रात सेवा का काम चलता सी। कच्चियां इट्टां कढ़दे सी, बरसात आउंदी तां असीं इकट्ठियां कर देणियां। रोज़ाना एक कमरा तैयार कर दिंदे सी। इनू रोटी खाण वेले जदों भी फुरसत मिलदी तां उसे टाइम जाके अंदर भजन ते बैठ जांदा सी। असीं इसनूं वार-वार उठा के लियाउणा। फिर खैरे सत्संग होया ते इन्हां दा कोई सियाणा आदमी नाल नहीं सी। ये छज्जू भी छोटा जिहा सी। तां इह मस्ताना जी नूं अपने पिंड लै गया ते कहण लग्या कि मैं मस्ताना जी नूं अपने पिंड लिजाण लई सिमरन करता सी। तो फिर पूज्य मनीष साहब जी ने छज्जू बारे फरमाया कि शादी उसने कराई नहीं, होर कुछ कीता नहीं, हुण उसनूं पुछे कि तूं हुण किहदे लई माया इकट्ठी करदा है। वचन नंबर 1313। अज डेरा जगमाल वाली विच रात की मंजिल विच ही पिंड काने वाले तो आईयां बीबियां ने एक मारवाड़ी शब्द सतगुरु जी माने बता मैं क्या करूं बोलिया। तो पूज्य मनीष साहब जी हसन लगे। फरमाया कि तुसीं सतगुर बिना जाइयो ना। आप जी का वचन सुन के सारी संगत हसन लगी। तो फिर पूज्य मनीष साहब जी ने फरमाया कि जमदूतां नूं कह दईओ कि जदों तक सतगुर नहीं आउंदे असीं नहीं जावांगे। अगर जमदूत आउण तां डंडा लैके उन्हां दे मगर पै जाइओ। तो फिर फरमाया कि नैयां वाले बैंसराए ब्रह्मा का बाप जदों जमदूत आए तो कहन लगा चले जाओ, इत्थों कोई अलवाद करोगे। तो ठीक इस तरह ही गदराने वाले चरण सिंह की माँ 3 दिनों तक जमदूतां नूं डांटदी रही। तो फिर पूज्य मनीष साहब जी ने फरमाया कि जमदूत काल महाकाल इस दे नेड़े नहीं आउंदे अगर इस सिमरन करे। फिर फरमाया कि परम दे सिमरन काल पर हरे। तो फिर फरमाया कि सिमरन करो, सतगुर ते पूरा भरोसा रखो, तुसी खुशी खुशी जाओगे।
तो फिर फरमाया कि बोल बई जिनका राम भरोसा भारी। तो शब्द बोलण तो बाद बाबरपुर तो आए प्रेमी गंगा राम कहन लग्या जी अंदर वाले जमदूत तो ठीक हैं पर बाहर वाले जमदूत भी कुछ नहीं करते। तो पूज्य मनेर साहब जी ने पूछा कि वो किहड़े ने। तो गंगा राम ने दस्या जी असी दिल्ली तो आ रहे सी तो गड्डी 'च सीट ते एक झोला पिया सी ते असी वो झोला ਚੱਕ के दूर रख दिता ਅਤੇ ਜਿਸ ਦਾ ਥੈਲਾ ਸੀ ਉਹ ਥੱਲੇ ਗਿਆ ਹੋਇਆ ਸੀ ਤੇ ਸਾਡੇ ਨਾਲ ਇੱਕ ਹੋਰ ਸਵਾਰੀ ਬੈਠੀ ਸੀ। ਉਸਨੇ ਮੈਨੂੰ ਤਾਂ ਕੁਝ ਨਹੀਂ ਆ ਕੇ ਕਿਹਾ ਪਰ ਉਹ ਨਾਲ ਵਾਲੀ ਸਵਾਰੀ ਨੂੰ ਆ ਕੇ ਉਹ ਮਾਰਨ ਲੱਗਿਆ ਤਾਂ ਮੈਂ ਦੇਖ ਕੇ ਮਨ ਹੀ ਮਨ ਵਿੱਚ ਹੱਸਿਆ ਕਿ ਮਾਲਕਾ ਇਹ ਕੀ ਖੇਲ ਹੈ। ਤੇ ਫਿਰ ਗੰਗਾ ਰਾਮ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਇੱਕ ਵਾਰੀ ਮੈਂ ਸਾਈਕਲ 'ਤੇ ਸਿਮਰਨ ਕਰਦਾ ਜਾ ਰਿਹਾ ਸੀ ਤੇ ਸਾਹਮਣੇ ਇੱਕ ਸਬਜ਼ੀ ਵਾਲੇ ਦਾ ਸਾਈਕਲ ਖੜਾ ਸੀ ਤਾਂ ਮੇਰਾ ਸਾਈਕਲ ਉਸ ਦੇ ਨਾਲ ਟਕਰਾ ਗਿਆ ਤੇ ਸਾਈਕਲ ਡਿੱਗ ਪਿਆ। ਤਾਂ ਉਹ ਸਬਜ਼ੀ ਵਾਲਾ ਆ ਕੇ ਗਾਹਕ ਨੂੰ ਹੀ ਮਾਰਨ ਲੱਗਿਆ ਕਿ ਮੇਰਾ ਸਾਈਕਲ ਤੂੰ ਹੀ ਸੱਟਿਆ ਹੈ। ਮੈਂ ਆਪਣਾ ਸਾਈਕਲ ਚੱਕ ਕੇ ਅੱਗੇ ਚਲਾ ਗਿਆ ਤੇ ਗੰਗਾ ਰਾਮ ਦੀ ਗੱਲ ਸੁਣ ਕੇ ਸਾਰੀ ਸੰਗਤ ਹੱਸਣ ਲੱਗੀ। ਬਾਅਦ ਵਿੱਚ ਸੇਠ ਬਨਵਾਰੀ ਲਾਲ ਜੀ ਨੇ ਗੁਰਮੇਲ ਲਾਂਗਰੀ ਦੀ ਗੱਲ ਸੁਣਾਈ ਕਿ ਇੱਕ ਆਦਮੀ ਟਰੈਕਟਰ ਥੱਲੇ ਆ ਗਿਆ ਤਾਂ ਉਸ ਦਾ ਬਲੱਡ ਪ੍ਰੈਸ਼ਰ ਬਿਲਕੁਲ ਡਾਊਨ ਹੋ ਗਿਆ ਪਰ ਕੋਈ ਚੋਟ ਨਹੀਂ ਲੱਗੀ। ਉਹ ਆਦਮੀ ਵੀ ਘਬਰਾ ਗਿਆ ਤਾਂ ਗੁਰਮੇਲ ਵੀ ਘਬਰਾ ਗਿਆ ਤਾਂ ਅਚਾਨਕ ਹੀ ਸਾਡੇ ਪਿੰਡ ਦੇ ਸਰਪੰਚ ਦੀ ਕਾਰ ਆ ਗਈ। ਉਸੇ ਟਾਈਮ ਉਸ ਨੂੰ ਕਾਰ 'ਚ ਲੈ ਕੇ ਡੱਬ ਵਾਲੀ ਲੈ ਗਏ। ਥੋੜ੍ਹੀ ਦੇਰ ਬਾਅਦ ਹੀ ਉਹ ਆਦਮੀ ਠੀਕ ਹੋ ਗਿਆ ਤਾਂ ਗੁਰਮੇਲ ਦੇ 400-500 ਰੁਪਏ ਲੱਗ ਗਏ ਪਰ ਕੋਈ ਨੁਕਸਾਨ ਤਾਂ ਨਹੀਂ ਹੋਇਆ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਸ ਤਰ੍ਹਾਂ ਹੀ ਸਤਿਗੁਰ ਲਾਜ ਰੱਖਦਾ ਹੈ। ਤੇ ਫਿਰ ਸੇਠ ਬਨਵਾਰੀ ਲਾਲ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਇਹ ਗੱਲ ਫੈਲ ਗਈ ਹੈ ਕਿ ਇਹ ਡੇਰੇ ਜਾ ਕੇ ਇੰਨੀ ਸੇਵਾ ਕਰਦੇ ਨੇ, ਇਹਨਾਂ ਨੂੰ ਇਸੇ ਚੀਜ਼ ਦਾ ਫਲ ਮਿਲਿਆ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਪ੍ਰਹਿਲਾਦ ਤਾਂ ਛੋਟਾ ਜਿਹਾ ਸੀ, ਉਹ ਅੰਦਰ ਵਾਲੇ ਰਾਮ ਨੂੰ ਜਪਦਾ ਸੀ ਅਤੇ ਉਸ ਰਾਮ ਨੇ ਉਸ ਥੰਮ 'ਚੋਂ ਨਿਕਲ ਕੇ ਨਰਸਿੰਘ ਰੂਪ ਦਾ ਅਵਤਾਰ ਧਾਰ ਕੇ ਸੰਭਾਲ ਕੀਤੀ। ਫਿਰ ਫਰਮਾਇਆ ਕਿ ਇਹ ਤਾਂ ਪੂਰਨ ਤਾਕਤ ਦਾ ਸਿਮਰਨ ਹੈ, ਧੁਰ ਧਾਮ ਦਾ ਹੈ, ਜਦ ਸਿਮਰਨ ਕਰੋ ਉਸੇ ਵੇਲੇ ਹੀ ਹਾਜ਼ਰ ਹੈ। ਤਾਂ ਦਿੱਲੀ ਤੋਂ ਆਏ ਸੇਠ ਚੰਦਰਪਾਨ ਨੇ ਪੁੱਛਿਆ ਕਿ ਬਾਬਾ ਜੀ ਕਾਲ ਮਹਾਕਾਲ ਕੀ ਹੁੰਦੇ ਨੇ। ਤਾਂ ਪੂਜਯ ਮਨੇਰ ਸਾਹਿਬ ਨੇ ਫਰਮਾਇਆ ਕਿ ਕਾਲ ਤੋਂ ਵੱਡਾ ਹੁੰਦਾ ਹੈ ਮਹਾਕਾਲ। ਤਾਂ ਦਿੱਲੀ ਤੋਂ ਆਏ ਸੂਬਾ ਸਿੰਘ ਜੀ ਹੱਸਣ ਲੱਗੇ ਅਤੇ ਉਹਨਾਂ ਨੇ ਚੰਦਰਪਾਨ ਨੂੰ ਕਿਹਾ ਕਿ ਇਹ ਵੀ ਪੁੱਛ ਲਓ ਕਿ ਉਸ ਦਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਦੀਵਾਰ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ ਉਹ ਜੋ ਦੀਵਾਰ 'ਤੇ ਖੜਾ ਕੀਤਾ ਹੋਇਆ ਹੈ ਕਾਲ ਇਸ ਤਰ੍ਹਾਂ ਦਾ ਹੁੰਦਾ ਹੈ। ਵਚਨ ਨੰਬਰ 1314। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ ਲਈ ਪੂਜਯ ਮਨੇਰ ਸਾਹਿਬ ਜੀ ਠੀਕ 10:30 ਵਜੇ ਬਾਹਰ ਆਏ ਤਾਂ ਹਿਸਾਰ ਤੋਂ ਇੱਕ ਲੜਕਾ ਕਵਿਰਾਜ ਆਇਆ ਹੋਇਆ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਤੇਰੇ ਕਰਕੇ ਹੀ ਬਾਹਰ ਆਏ ਹਾਂ। ਅਤੇ ਫਿਰ ਫਰਮਾਇਆ ਕਿ ਕੰਮ ਬਹੁਤ ਜ਼ਿਆਦਾ ਹੈ, ਕੋਈ ਕੰਮ ਕਰਨ ਨਹੀਂ ਲੱਗਦੇ ਤਾਂ ਸੰਗਤ ਨਹੀਂ ਛੱਡਦੀ। ਉਸ ਟਾਈਮ ਹੀ ਆ ਕੇ ਖੜ੍ਹੇ ਹੋ ਜਾਂਦੇ ਨੇ। ਅਕਾਊਂਟਸ ਦਾ ਕੰਮ ਕਰਨ ਲੱਗੇ ਹਾਂ ਤਾਂ ਉੱਥੇ 50 ਬੀਬੀਆਂ ਆ ਕੇ ਖੜ੍ਹੀਆਂ ਹੋ ਗਈਆਂ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਬੇਮਤਲਬ ਹੀ ਸੰਗਤ ਤੰਗ ਕਰਦੀ ਹੈ, ਇੰਨਾ ਵੱਡਾ ਅਡੰਬਰ ਹੈ, ਕੋਈ ਚਲਾਉਣਾ ਸੌਖਾ ਹੈ, ਹੁਣ ਸਖਤੀ ਕਰਨੀ ਪਏਗੀ। ਅਤੇ ਫਿਰ ਫਰਮਾਇਆ ਕਿ ਦੂਸਰਾ ਹੁਣ ਅਸੀਂ ਲੜਕਿਆਂ ਦੇ ਨਾਮ ਵਗੈਰਾ ਨਹੀਂ ਰੱਖਿਆ ਕਰਨੇ। ਅਤੇ ਫਿਰ ਫਰਮਾਇਆ ਕਿ ਅਸੀਂ ਕੋਈ ਪੰਡਤ ਵਗੈਰਾ ਥੋੜ੍ਹੀ ਹਾਂ, ਛੋਟੀਆਂ ਛੋਟੀਆਂ ਗੱਲਾਂ ਕਰਕੇ ਆ ਕੇ ਸਾਨੂੰ ਤੰਗ ਕਰਦੇ ਨੇ। ਵਚਨ ਨੰਬਰ 1315। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਪ੍ਰੇਮੀ ਰਮੇਸ਼ ਦੇ ਸਸੁਰ ਨੇ ਕੋਈ ਆਵੇ ਕੋਈ ਜਾਵੇ ਇਹ ਤਮਾਸ਼ਾ ਕਿਆ ਉਰਦੂ ਜ਼ੁਬਾਨ 'ਚ ਇੱਕ ਮਿੱਠੀ ਜਿਹੀ ਤਰਜ਼ ਦੀ ਕਵਾਲੀ ਬੋਲੀ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਅਗਰ ਇਹ ਪਤਾ ਚੱਲ ਜਾਏ ਤਾਂ ਫਿਰ ਇਹ ਤਮਾਸ਼ਾ ਨਹੀਂ ਰਹਿੰਦਾ, ਫਿਰ ਤਾਂ ਆਉਣ ਜਾਣ ਦਾ ਚੱਕਰ ਹੀ ਖਤਮ ਹੋ ਜਾਂਦਾ ਹੈ। ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਇਹ ਵੀ ਦੇਖ ਲਓ ਸਤਿਗੁਰ ਤੁਹਾਨੂੰ ਕਿਸ ਤਰ੍ਹਾਂ ਇੱਥੇ ਲੈ ਕੇ ਆਇਆ ਹੈ। ਵਚਨ ਨੰਬਰ 1316। ਅੱਜ ਪ੍ਰੇਮੀ ਰਮੇਸ਼ ਨੇ 26 ਤਰੀਕ ਨੂੰ ਡਿਊਟੀਆਂ ਲਾਉਣ ਬਾਰੇ ਗੱਲ ਕੀਤੀ ਤਾਂ ਜਲੰਧਰ ਤੋਂ ਓਮ ਪ੍ਰਕਾਸ਼ ਜੀ ਨੇ ਕੋਈ ਜ਼ਰੂਰੀ ਕੰਮ ਹੋਣ ਕਰਕੇ ਡੇਰੇ ਨਾ ਆਉਣ ਦੀ ਮੁਆਫੀ ਮੰਗੀ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਦੇਖ ਲਓ ਬਈ ਪ੍ਰਧਾਨ ਨੂੰ ਕਦੇ ਮਾਫੀ ਨਹੀਂ ਹੁੰਦੀ। ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਇੱਥੇ ਸਾਨੂੰ ਕਿਸੇ ਨੇ ਸੁਣਾਇਆ ਕਿ ਇੱਥੇ ਡੇਰੇ 'ਚ ਕੋਈ ਖ਼ਾਸ ਅਰੇਂਜਮੈਂਟ ਨਹੀਂ। ਤਾਂ ਫਿਰ ਫਰਮਾਇਆ ਕਿ ਇਹ ਕੰਮ ਤਾਂ ਸਤਿਗੁਰੂ ਦੇ ਆਸਰੇ ਹੀ ਚੱਲਦਾ ਹੈ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂज्य ਮਨੀਰ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਦੇ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ